ਅੱਜ ਦਾ ਟੌਪਿਕ ਪ੍ਰਾਚੀਨ ਭਾਰਤੀ ਇਤਿਹਾਸ ਦੇ ਮੁੱਖ ਸੋਮੇ। ਪ੍ਰਾਚੀਨ ਭਾਰਤੀ ਇਤਿਹਾਸ ਦੇ ਮੁੱਖ ਸੋਮਿਆਂ ਦੇ ਵਿੱਚੋਂ ਅੱਜ ਅਸੀਂ ਇਤਿਹਾਸਿਕ ਅਤੇ ਅਰਧ ਇਤਿਹਾਸਿਕ ਸਾਹਿਤ ਦੇ ਬਾਰੇ ਗੱਲ ਕਰਾਂਗੇ। ਛੇਵੀਂ ਸਦੀ ਈਸਵੀ ਤੋਂ ਬਾਅਦ ਭਾਰਤ ਦੇ ਵੱਖ-ਵੱਖ ਭਾਗਾਂ ਦੇ ਵਿੱਚ ਸਮੇਂ-ਸਮੇਂ 'ਤੇ ਕਈ ਇਤਿਹਾਸਿਕ ਗ੍ਰੰਥ ਤੇ ਰਾਜੇ ਮਹਾਰਾਜਿਆਂ ਦੀਆਂ ਜੀਵਨੀਆਂ ਲਿਖੀਆਂ ਗਈਆਂ। ਜਿਹੜੇ ਗ੍ਰੰਥ ਪ੍ਰਾਚੀਨ ਭਾਰਤੀ ਇਤਿਹਾਸ ਦੇ ਬਹੁਮੁੱਲੇ ਸੋਮਿਆਂ ਦੇ ਵਿੱਚੋਂ ਗਿਣੇ ਜਾਂਦੇ ਨੇ। ਸਭ ਤੋਂ ਪਹਿਲਾਂ ਹੈ ਹਰਸ਼ ਚਰਿਤ। ਇਸ ਗ੍ਰੰਥ ਦੀ ਰਚਨਾ ਸਮਰਾਟ ਹਰਸ਼ਵਰਧਨ ਦੇ ਦਰਬਾਰ ਦੇ ਪ੍ਰਸਿੱਧ ਕਵੀ ਬਾਣ ਭੱਟ ਨੇ ਕੀਤੀ ਸੀ। ਇਸ ਗ੍ਰੰਥ ਵਿੱਚ ਹਰਸ਼ ਦੇ ਵੱਡੇ ਵਡੇਰਿਆਂ ਬਾਰੇ, ਹਰਸ਼ ਦੀਆਂ ਜਿੱਤਾਂ, ਉਸ ਦਾ ਸ਼ਾਸਨ ਪ੍ਰਬੰਧ ਤੇ ਉਸ ਸਮੇਂ ਦੀਆਂ ਹੋਰ ਘਟਨਾਵਾਂ ਦਾ ਵਿਸਥਾਰਪੂਰਵਕ ਵਰਣਨ ਇਸ ਗ੍ਰੰਥ ਦੇ ਵਿੱਚ ਕੀਤਾ ਗਿਆ ਹੈ। ਇਸ ਦੇ ਅਧਿਐਨ ਤੋਂ ਉਸ ਸਮੇਂ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਹਾਲਾਤਾਂ ਦੇ ਬਾਰੇ ਵੀ ਉਪਯੋਗੀ ਜਾਣਕਾਰੀ ਮਿਲਦੀ ਹੈ। ਡਾਕਟਰ ਬੀ ਏ ਸਮਿਥ ਨੇ ਇਸ ਗ੍ਰੰਥ ਦੀ ਤੁਲਨਾ ਅਬੁਲ ਫਜ਼ਲ ਦੇ ਇਤਿਹਾਸਿਕ ਗ੍ਰੰਥ ਅਕਬਰਨਾਮਾ ਨਾਲ ਕੀਤੀ ਹੈ। ਦੂਸਰਾ ਹੈ ਗੌੜ ਬਹੋ। ਇਸ ਦੀ ਰਚਨਾ ਵਾਕਪਤੀ ਨਾਮਕ ਕਵੀ ਨੇ ਕੀਤੀ। ਇਸ ਵਿੱਚ ਕਨੌਜ ਦੇ ਸ਼ਾਸਕ ਜਸ਼ੋਵਰਮਨ ਦੀਆਂ ਜਿੱਤਾਂ ਤੇ ਕਾਰਨਾਮਿਆਂ ਦੇ ਬਾਰੇ ਲਿਖਿਆ ਗਿਆ ਹੈ। ਪਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਸ ਨੇ ਆਪਣੇ ਸਰਪ੍ਰਸਤ ਸੁਆਮੀ ਦੀਆਂ ਪ੍ਰਾਪਤੀਆਂ ਦਾ ਵਧਾ ਚੜ੍ਹਾ ਕੇ ਵਰਣਨ ਕੀਤਾ ਹੈ। ਤੀਸਰਾ ਹੈ ਕਰਪੂਰ ਮੰਜਰੀ। ਇਸ ਗ੍ਰੰਥ ਦੀ ਰਚਨਾ ਰਾਜਸ਼ੇਖਰ ਨੇ ਕੀਤੀ, ਜੋ ਪ੍ਰਤੀਹਾਰ ਵੰਸ਼ ਦੇ ਸ਼ਾਸਕ ਮਹਿੰਦਰਪਾਲ ਪਹਿਲੇ ਦਾ ਪ੍ਰਸਿੱਧ ਦਰਬਾਰੀ ਵਿਦਵਾਨ ਸੀ। ਇਸ ਤੋਂ ਪ੍ਰਤੀਹਾਰ ਸ਼ਾਸਕਾਂ ਦੇ ਸਮੇਂ ਦੀਆਂ ਘਟਨਾਵਾਂ ਦੇ ਬਾਰੇ ਵੀ ਬਹੁਤ ਜਾਣਕਾਰੀ ਮਿਲਦੀ ਹੈ। ਚੌਥਾ ਹੈ ਨਵ ਸਾਸਾਂਕ ਚਰਿਤ। ਇਸ ਦੀ ਰਚਨਾ ਪਦਮਗੁਪਤ ਨਾਮਕ ਵਿਦਵਾਨ ਨੇ ਕੀਤੀ। ਇਸ ਵਿੱਚ ਪਰਮਾਰ ਵੰਸ਼ ਦੇ ਸ਼ਾਸਕ ਸਿੰਧੂ ਰਾਜ ਦੇ ਕਾਰਨਾਮਿਆਂ ਦੇ ਬਾਰੇ ਲਿਖਿਆ ਗਿਆ ਹੈ। ਪੰਜਵਾਂ ਪ੍ਰਬੰਧ ਚਿੰਤਾਮਣੀ ਅਤੇ ਭੋਜ ਪ੍ਰਬੰਧ। ਪ੍ਰਬੰਧ ਚਿੰਤਾਮਣੀ ਦੀ ਰਚਨਾ ਮੇਰੂਤੰਗ ਨੇ ਤੇ ਭੋਜ ਪ੍ਰਬੰਧ ਦੀ ਰਚਨਾ ਬਲਾਲ ਨੇ ਕੀਤੀ। ਇਹਨਾਂ ਗ੍ਰੰਥਾਂ ਤੋਂ ਪਰਮਾਰ ਵੰਸ਼ ਦੇ ਪ੍ਰਤਾਪੀ ਰਾਜਾ ਭੋਜ ਦੀਆਂ ਜਿੱਤਾਂ ਤੇ ਹੋਰ ਪ੍ਰਾਪਤੀਆਂ ਦਾ ਵਿਸਥਾਰਪੂਰਵਕ ਉਲੇਖ ਕੀਤਾ ਗਿਆ ਹੈ। ਇਹਨਾਂ ਗ੍ਰੰਥਾਂ ਤੋਂ ਪਰਮਾਰ ਵੰਸ਼ ਦੇ ਪ੍ਰਤਾਪੀ ਰਾਜਾ ਭੋਜ ਦੀਆਂ ਜਿੱਤਾਂ ਤੇ ਹੋਰ ਪ੍ਰਾਪਤੀਆਂ ਦਾ ਵਿਸਥਾਰਪੂਰਵਕ ਵੇਰਵਾ ਪ੍ਰਾਪਤ ਹੁੰਦਾ ਹੈ। ਛੇਵਾਂ ਰਾਮਚਰਿਤ। ਇਸ ਦੀ ਰਚਨਾ ਸੰਧਿਆਕਰ ਨੰਦੀ ਨੇ ਕੀਤੀ। ਇਸ ਵਿੱਚ ਪਾਲ ਵੰਸ਼ ਦੇ ਸ਼ਾਸਕ ਰਾਮਪਾਲ ਦੀਆਂ ਜਿੱਤਾਂ ਦਾ ਉਲੇਖ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਰਾਮਪਾਲ ਨੇ ਸੀਮੰਤਾਂ ਨੂੰ ਆਪਣੇ ਨਾਲ ਮਿਲਾ ਕੇ ਵਿਸ਼ਾਲ ਸੈਨਾ ਸਹਿਤ ਉੱਤਰੀ ਬੰਗਾਲ ਦੇ ਖੁੱਸੇ ਹੋਏ ਪ੍ਰਦੇਸ਼ਾਂ ਨੂੰ ਮੁੜ ਫਤਿਹ ਕਰ ਲਿਆ ਅਤੇ ਕਲਿੰਗ ਤੇ ਕਾਮਰੂਪ ਦੇ ਸ਼ਾਸਕਾਂ ਨੂੰ ਭਾਂਜ ਦਿੱਤੀ। ਉਸ ਨੇ ਲਗਭਗ 45 ਸਾਲਾਂ ਤੱਕ ਰਾਜ ਕੀਤਾ। ਸੱਤਵਾਂ
विक्रमांक देव चरित। इस ग्रंथ की रचना प्रसिद्ध कवि बिलहण ने की। इस विच कल्याणी दे उगे चालुक्य शासक विक्रमादित्य जे 6वें दियां जित्तां, उस दे व्यक्तिगत गुणां ते उस राही कला ते ਸਾਹਿਤ ਦੇ विकास लई कीते गए कारजां दा वर्णन है। 8वां राज तरंगिणी। कश्मीर दे उगे विद्वान ते इतिहासकार कलहण द्वारा लिखे राज तरंगिणी नूं प्राचीन काल दे इतिहासिक ग्रंथां विचों सब तो महत्वपूर्ण मन्निया जाता है। इस दी रचना 1149-50 ईस्वी दे विच कीती गई। इस विच लेखक ने पुरातन काल तो कश्मीर दे राजियां दा इतिहास लिखिया है, जिहड़ा बहुत हद तक वास्तविक अते विश्वासयोग है। इस ग्रंथ तो कश्मीर दे इतिहास तो बिना भारत दे दूजे भागां दियां घटनावां दे विषय विच भी उपयोगी सूचनावां प्राप्त हुंदियां हन। 9वां कुमारपाल चरित। कुमारपाल चरित नामक 2 ग्रंथ हैं, जिन्हां दी रचना हेमचंद्र अते जय सिंह ने की। इन्हां ग्रंथां विच अनहिलवाड़ा दे शासक कुमारपाल दीयां सफलतावां ते शख्सियत बारे विस्तारपूर्वक बिरतांत है। हेमचंद्र जैन धर्म का श्रद्धालु अते उग्गा विद्वान सी। उस दे प्रभाव हेठ कुमारपाल जैन धर्म का अनुयायी बन गया सी अते उसने अपने विशाल राज विच पशु हत्या बंद करन संबंधी सख्त आदेश जारी कर दिता सी। 10वां है पृथ्वीराज चरित। पृथ्वीराज चरित जां पृथ्वीराज रासो की रचना पृथ्वीराज चौहान दे राज कवि चांद बरदाई ने की। इस ग्रंथ विच चौहान वंश दे प्रतापी शासक पृथ्वीराज दे जीवन ते कारनामिਆਂ, उस दे जयचंद्र राठौर दी पुत्री संजोगता नाल विआह अते चौहान वंश ते राठौर वंश की आपसी दुश्मनी का विस्तारपूर्वक वर्णन है। 11वां है चचनामा। चचनामा सिंध के स्थानिक इतिहास बारे लिखे गए ग्रंथ का फारसी अनुवाद है, जिसका संकलन 13वीं सदी के आरंभ विच कीता गया। इस तो अरबां दी सिंध विजय अते उस तो पहलां दी सदी दे सिंध दे इतिहास की जानकारी मिलती है। जिथे सारे ग्रंथ काफ़ी हद तक इतिहासिक दृष्टि तो लिखे गए, उत्थे यह नहीं भुलना चाहिए कि इन्हां दे लेखकां ने कई स्थानां ते अपने सरप्रस्त राजियां दीयां सफलतावां दा वधा चढ़ा के वर्णन किया होया है। पर इस दोष दे हुंदे होए भी यह बहुत उपयोगी हैं, क्योंकि इन्हां विच लेखकां दा आम तौर ते अखीं डिठा हाल है। अगे हैं अर्ध इतिहासिक ग्रंथ। प्राचीन भारत के ਵੱਖ-ਵੱਖ रूपों विच उपलब्ध होर लौकिक ग्रंथों तो भी काफ़ी उपयोगी इतिहासिक समग्री प्राप्त होती है। इन्हां विचों पहला ग्रंथ है राजनीति शास्त्र संबंधी ग्रंथ अर्थशास्त्र।
ਰਾਜਨੀਤੀ ਸ਼ਾਸਤਰ ਦੇ ਵਿਸ਼ੇ 'ਤੇ ਲਿਖਿਆ ਗਿਆ ਪ੍ਰਸਿੱਧ ਗ੍ਰੰਥ ਅਰਥ ਸ਼ਾਸਤਰ ਪ੍ਰਾਚੀਨ ਭਾਰਤ ਦੇ ਮੌਰੀਆ ਕਾਲ ਸੰਬੰਧੀ ਇੱਕ ਮਹੱਤਵਪੂਰਨ ਸੋਮਾ ਹੈ। ਇਸ ਦੀ ਰਚਨਾ ਮੌਰੀਆ ਕਾਲ ਦੇ ਉੱਗੇ ਬ੍ਰਾਹਮਣ ਵਿਦਵਾਨ ਅਤੇ ਚੰਦਰਗੁਪਤ ਮੌਰੀਆ ਦੇ ਪ੍ਰਧਾਨ ਮੰਤਰੀ ਕੌਟਲਿਆ ਜਾਂ ਇਸ ਨੂੰ ਚਾਣਕਿਆ ਵੀ ਕਿਹਾ ਜਾਂਦਾ ਹੈ, ਇਸ ਨੇ ਕੀਤੀ ਸੀ। ਇਸ ਗ੍ਰੰਥ ਤੋਂ ਨਾ ਕੇਵਲ ਰਾਜਨੀਤੀ ਤੇ ਕੂਟਨੀਤੀ ਦੇ ਸਿਧਾਂਤਾਂ ਦਾ ਹੀ ਗਿਆਨ ਹੁੰਦਾ ਹੈ, ਸਗੋਂ ਇਸ ਦੇ ਗੰਭੀਰ ਤੇ ਸੂਖਮ ਅਧਿਐਨ ਨਾਲ ਮੌਰੀਆ ਦੇ ਸ਼ਾਸਨ ਪ੍ਰਬੰਧ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਬਹੁਮੁੱਲੀ ਜਾਣਕਾਰੀ ਮਿਲਦੀ ਹੈ। ਦੂਸਰਾ ਹੈ ਵਿਆਕਰਨ ਸੰਬੰਧੀ ਗ੍ਰੰਥ। ਪਾਣਿਨੀ ਨੇ ਅਸ਼ਟਧਿਆਈ ਨਾਮਕ ਸੰਸਕ੍ਰਿਤ ਵਿਆਕਰਨ ਦੀ ਰਚਨਾ ਕੀਤੀ। ਇਸ ਤੋਂ ਨਾ ਕੇਵਲ ਕੰਬੋਜ, ਗੰਧਾਰ, ਸਿੰਧੂ, ਮਦਰ, ਕਸ਼ੂਦਰਕ, ਕੁਰੂ ਗਣਤੰਤਰੀ ਕਬੀਲਿਆਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ, ਸਗੋਂ ਵਪਾਰ ਤੇ ਨਾਪ ਤੋਲ ਦੇ ਸਾਧਨਾਂ, ਸਿੱਕਿਆਂ ਅਤੇ ਵੱਖ-ਵੱਖ ਸ਼ਹਿਰਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਪਤੰਜਲੀ ਨਾਮਕ ਇੱਕ ਹੋਰ ਪ੍ਰਸਿੱਧ ਵਿਆਕਰਨ ਸ਼ਾਸਤਰੀ ਜਿਸ ਨੇ ਮਹਾਭਾਸ਼ਜ ਦੀ ਰਚਨਾ ਕੀਤੀ, ਉਹ ਸੁੰਗ ਵੰਸ਼ ਦੇ ਪੁਸ਼ਜ ਮਿੱਤਰ ਦਾ ਸਮਕਾਲੀ ਸੀ ਅਤੇ ਉਸ ਦੀ ਵਿਆਕਰਨ ਤੋਂ ਪੁਸ਼ਜ ਮਿੱਤਰ ਦੀਆਂ ਪ੍ਰਾਪਤੀਆਂ, ਉਸ ਰਾਹੀਂ ਕੀਤੇ ਗਏ ਅਸ਼ਵਮੇਘ ਯੱਗ ਦੇ ਬਾਰੇ ਉਪਯੋਗੀ ਜਾਣਕਾਰੀ ਮਿਲਦੀ ਹੈ। ਤੀਸਰਾ ਹੈ ਨਾਟਕ, ਕਾਵਿ ਗ੍ਰੰਥ ਆਦਿ। ਪ੍ਰਾਚੀਨ ਕਾਲ ਵਿੱਚ ਰਚਿਤ ਨਾਟਕਾਂ, ਕਾਵਿ ਗ੍ਰੰਥਾਂ ਆਦਿ ਤੋਂ ਵੀ ਉਪਯੋਗੀ ਇਤਿਹਾਸਕ ਸਮੱਗਰੀ ਮਿਲਦੀ ਹੈ। ਪਹਿਲਾ ਹੈ ਵਿਸ਼ਾਖਾ ਦੱਤ ਦੇ ਨਾਟਕ ਮੁਦਰਾ ਰਾਖਸ਼ ਤੋਂ ਚੰਦਰਗੁਪਤ ਮੌਰੀਆ ਦੇ ਆਰੰਭਕ ਜੀਵਨ, ਉਸ ਦੇ ਮੰਤਰੀ ਕੌਟਲਿਆ ਅਤੇ ਉਹਨਾਂ ਦੋਹਾਂ ਦੇ ਨੰਦ ਘਰਾਣੇ ਨੂੰ ਨਸ਼ਟ ਕਰਨ ਦੇ ਕੰਮਾਂ ਨਾਲ ਸੰਬੰਧਿਤ ਗਿਆਨ ਪ੍ਰਾਪਤ ਹੁੰਦਾ ਹੈ। ਦੂਸਰਾ ਪ੍ਰਸਿੱਧ ਨਾਟਕਕਾਰ ਕਾਲੀਦਾਸ ਦੇ ਅਭਿਗਿਆਨ ਸ਼ਕੁੰਤਲਮ ਤੇ ਮੇਘਦੂਤ ਨਾਮੀ ਨਾਟਕ ਗੁਪਤ ਕਾਲ ਦੀ ਸਮਾਜਿਕ ਅਤੇ ਧਾਰਮਿਕ ਅਵਸਥਾ 'ਤੇ ਚਾਨਣਾ ਪਾਉਂਦੇ ਹਨ। ਉਸ ਦੇ ਮਾਲਵਿਕਿਆਗਨੀਮਿਤ ਨਾਮੀ ਨਾਟਕ ਤੋਂ ਸੁੰਗ ਵੰਸ਼ ਦੇ ਵਿਸ਼ੇ ਵਿੱਚ ਇਤਿਹਾਸਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਹਰਸ਼ ਸਮਰਾਟ ਜਿਹੜੇ ਹਰਸ਼ਵਰਧਨ ਨੇ ਆਪ ਨਾਟਕ ਲਿਖੇ, ਉਹਨਾਂ ਵਿੱਚੋਂ ਰਤਨਾਵਲੀ, ਪ੍ਰਿਜਦਰਸ਼ਿਕਾ ਤੇ ਨਾਗਾਨੰਦ ਨਾਮੀ ਨਾਟਕਾਂ ਤੋਂ ਉਸ ਦੇ ਸ਼ਾਸਨ ਕਾਲ ਦੇ ਸੰਬੰਧ ਵਿੱਚ ਬਹੁਤ ਕੁਝ ਪਤਾ ਲੱਗਦਾ ਹੈ। ਦੰਡੀ ਦੇ 10 ਕੁਮਾਰ ਚਰਿਤ ਤੇ ਅਵੰਤੀ ਸੁੰਦਰੀ ਕਥਾ ਨਾਮਕ ਗੱਦ ਕਾਵਿ ਤੋਂ 7ਵੀਂ ਸਦੀ ਦੇ ਅਖੀਰਲੇ ਸਾਲਾਂ ਅਤੇ ਪੱਲਵ ਸ਼ਾਸਕ ਨਰਸਿੰਘ ਵਰਮਨ ਦੂਜੇ ਦੇ ਸ਼ਾਸਨ ਕਾਲ ਵਿੱਚ ਦੱਖਣੀ ਭਾਰਤ ਦੀ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਅਵਸਥਾ ਦੇ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸੰਗਮ ਸਾਹਿਤ। ਦੱਖਣੀ ਭਾਰਤ ਦੇ ਪ੍ਰਾਚੀਨ ਇਤਿਹਾਸ ਦੀ ਜਾਣਕਾਰੀ ਲਈ ਸੰਗਮ ਸਾਹਿਤ ਸਭ ਤੋਂ ਮਹੱਤਵਪੂਰਨ ਸੋਮਾ ਮੰਨਿਆ ਜਾਂਦਾ ਹੈ। ਤਾਮਿਲ ਭਾਸ਼ਾ ਦੇ ਵਿੱਚ ਸੰਗਮ ਸਾਹਿਤ ਦੀ ਰਚਨਾ ਪ੍ਰਾਚੀਨ ਦੱਖਣੀ ਭਾਰਤ ਦੇ ਕਵੀਆਂ ਰਾਹੀਂ ਲਗਭਗ 1000 ਸਾਲਾਂ ਵਿੱਚ ਕੀਤੀ ਗਈ। ਇਹਨਾਂ ਕਵੀਆਂ ਅਤੇ ਵਿਦਵਾਨਾਂ ਨੂੰ ਪਾਂਡਜ ਵੰਸ਼ ਦੇ ਰਾਜਿਆਂ ਦੀ ਸਰਪ੍ਰਸਤੀ ਪ੍ਰਾਪਤ ਹੁੰਦੀ ਸੀ, ਕਿਉਂ ਜੋ ਇਸ ਸਾਹਿਤ ਦੀ ਰਚਨਾ ਉਹਨਾਂ ਨੇ ਮਿਲ ਕੇ ਸਾਹਿਤਕ ਸੁਭਾਵਾਂ ਵਿੱਚ ਕੀਤੀ ਸੀ, ਜਿਨ੍ਹਾਂ ਨੂੰ ਸੰਗਮ ਕਿਹਾ ਜਾਂਦਾ ਸੀ। ਇਸ ਲਈ ਇਸ ਸਾਹਿਤ ਨੂੰ ਸੰਗਮ ਸਾਹਿਤ ਕਿਹਾ ਜਾਣ ਲੱਗਾ।
ਸੰਗਮ ਸਾਹਿਤ ਇਸ ਕਾਲ ਦੇ ਦੱਖਣੀ ਭਾਰਤ ਦੇ ਰਾਜਿਆਂ ਦੇ ਇਤਿਹਾਸ ਦਾ ਵਡਮੁੱਲਾ ਸੋਮਾ ਹੈ। ਇਸ ਸਾਹਿਤ ਦੇ ਮਿਲੇ ਗ੍ਰੰਥਾਂ ਦੇ ਗੰਭੀਰ ਤੇ ਸੂਖਮ ਅਧਿਐਨ ਨਾਲ ਸਾਨੂੰ ਦੱਖਣੀ ਭਾਰਤ ਦੀਆਂ ਉਸ ਸਮੇਂ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਆਰਥਿਕ ਅਵਸਥਾਵਾਂ ਦੇ ਬਾਰੇ ਅਤਿਅੰਤ ਉਪਯੋਗੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਸੀ ਇਤਿਹਾਸਕ ਅਤੇ ਅਰਧ ਇਤਿਹਾਸਿਕ ਸਾਹਿਤ, ਜਿਸ ਤੋਂ ਸਾਨੂੰ ਪ੍ਰਾਚੀਨ ਭਾਰਤੀ ਇਤਿਹਾਸ ਦੇ ਬਾਰੇ ਵਡਮੁੱਲਾ ਗਿਆਨ ਪ੍ਰਾਪਤ ਹੁੰਦਾ ਹੈ। ਧੰਨਵਾਦ।